ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਣ ਵਿਚਾਰੇ ਗਿਆਨੀ ਸੋਈ, ਗੁਣ ਮਹਿ ਗਿਆਨ ਪ੍ਰਾਪਤ ਹੋਏ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮਹਿ ਗਿਆਨ ਪ੍ਰਾਪਤ ਹੋਏ। ਗੁਣ ਦਾਤਾ ਬਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਆਗਮ ਅਗੋਚਰ ਕੀਮਤ ਨਹੀਂ ਪਾਏ, ਤਾ ਮਿਲਿਐ ਜਾਲੈ ਮਿਲਾਏ। ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲਿਐ ਮੀਤ। ਕਾਮ ਕ੍ਰੋਧ ਕਾਇਆ ਕਉ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਕਸ ਕਸ ਵੱਟੀ ਸਹੈ ਸੁਤਾਓ, ਨਦਰ ਸਰਾਫ ਬੰਨੀਸ ਚੜਾਓ। ਜਗਤ ਪਸੂ ਅਹੰਕਾਲ ਕਸਾਈ, ਕਰ ਕਰਤੈ ਕਰਣੀ ਕਰ ਪਾਈ। ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ। ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ ਮਨ ਸਤਿਗੁਰ ਦੀਆ। ਖਰਾ ਖਰਾ ਆਖੈ ਸਭ ਕੋਏ, ਖਰਾ ਰਤਨ ਜੁਗ ਚਾਰੇ ਹੋਏ। ਖਾਤ ਪੀਅੰਤ ਮੂਏ ਨਹੀਂ ਜਾਣਿਆ, ਖਿਨ ਮਹਿ ਮੂਏ ਜਾ ਸ਼ਬਦ ਪਛਾਨਿਆ। ਆਸਥਿਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਨਿਆ। ਗਗਨ ਗੰਭੀਰ ਗਗਨ ਅੰਤਰ ਵਾਸ, ਗੁਣ ਗਾਵੈ ਸੁਖ ਸਹਜ ਨਿਵਾਸ। ਗਿਆ ਨਾ ਆਵੈ ਆਏ ਨਾ ਜਾਏ, ਗੁਰ ਪ੍ਰਸਾਦ ਰਹਿ ਲਿਵ ਲਾਏ। ਗਗਨ ਅਗੰਮ ਅਨਾਥ ਅਜੋਨੀ, ਆਸਥਿਰ ਚੀਤ ਸਮਾਦ ਸਗੋਨੀ। ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ, ਗੁਰਮਤਿ ਸਾਰ ਹੋਰ ਨਾਮ ਬੇਹੂਨੀ। ਘਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ। ਕਿਤੇ ਮਾਤ ਪਿਤਾ ਸੁਤ ਧੀਆ, ਕਿਤੇ ਗੁਰ ਚੇਲੇ ਫੁਨ ਹੁਆ। ਕਾਚੇ ਗੁਰ ਤੇ ਮੁਕਤ ਨ ਹੁਆ, ਕੇਤੀ ਨਾਰ ਵਰ ਏਕ ਸਮਾਲ। ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਦਹ ਦਸ ਢੂੜ ਕਰੈ ਮਹਿ ਪਾਇਆ। ਮੇਲ ਭਇਆ ਸਤਿਗੁਰੂ ਮਿਲਾਇਆ, ਦਹ ਦਸ ਢੂੜ ਕਰੈ ਮਹਿ ਪਾਇਆ। ਮੇਲ ਭਇਆ ਸਤਿਗੁਰੂ ਮਿਲਾਇਆ। ਵਾਹਿਗੁਰੂ ਜੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਇਸ ਮਹਾਨ ਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ, ਜਿੱਥੇ ਕਿ ਨਾਮੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੈ। ਕਿੰਨੇ ਵਾਰ ਇਸ ਸਥਾਨ ਨੂੰ ਸਤਿਗੁਰਾਂ ਨੇ ਦਿੱਤੇ ਨੇ। ਜੋ ਵੀ ਇੱਥੇ ਸੇਵਾ ਕਰਦਾ ਹੈ, ਕੋਈ ਲੰਗਰ ਦੀ ਸੇਵਾ, ਕੋਈ ਦੇਗ ਦੀ, ਝਾੜੂ ਦੀ, ਕੋਈ ਕੀਰਤਨ ਦੀ ਸੇਵਾ, ਕੋਈ ਗ੍ਰੰਥੀ ਸਿੰਘ ਦੀ ਸੇਵਾ ਕਰਦਾ ਹੈ, ਉਹ ਧੰਨਤਾ ਦੇ ਯੋਗ ਹੈ। ਕਿਉਂਕਿ ਐਡੇ ਮਹਾਨ ਸਥਾਨ ਦੀ ਸੇਵਾ ਮਿਲਣੀ ਕੋਈ ਪੂਰਬਲੇ ਕਰਮਾਂ ਦਾ ਫਲ ਹੋਇਆ ਕਰਦਾ ਹੈ। ਜੋ ਆਪਾਂ ਅੱਜ ਬੈਠੇ ਇੱਥੇ ਸਥਾਨ ਦੇ ਦਰਸ਼ਨ ਕਰ ਰਹੇ ਹਾਂ, ਸੰਗਤ ਬੈਠ ਕੇ ਕੀਰਤਨ ਸਰਵਣ ਕੀਤਾ ਆਸਾ ਦੀ ਵਾਰ ਦਾ, ਜਿਹੜਾ ਆਸਾ ਦੀ ਵਾਰ ਦਾ ਕੀਰਤਨ ਆਸਾਂ ਪੂਰੀਆਂ ਕਰਨ ਵਾਲਾ ਹੈ, 84 ਦੀ ਨਿਵਰਤੀ ਕਰਨ ਵਾਲਾ ਹੈ। ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਤੇ ਆਪ ਜੀ ਹੁਣ ਕਥਾ ਦਾ ਲਾਹਾ ਲੈ ਰਹੇ ਹੋ। ਆਪ ਜੀ ਧੰਨਤਾ ਦੇ ਯੋਗ ਹੋ। ਜੋ ਸੰਗਤ ਹੋਇਆ ਕਰਦੀ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਭਾਵੇਂ ਦੁਨੀਆ ਵਿੱਚ ਬੜੇ ਇਕੱਠ ਨੇ, ਕੋਈ ਗੀਤਕਾਰ ਹੈ, ਕੋਈ ਅਖਾੜੇ ਲਾਉਂਦਾ ਹੈ, ਨੱਚਣ ਵਾਲਿਆਂ ਦੇ ਹੋਰ ਬੜੇ ਇਕੱਠ ਹੁੰਦੇ ਨੇ, ਪਰ ਉਹਨਾਂ ਇਕੱਠਾਂ ਨੂੰ ਸੰਗਤ ਨਹੀਂ ਕਿਹਾ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਜਿੱਥੇ ਕੇਵਲ ਇੱਕ ਪਰਮੇਸ਼ਰ ਦੇ ਨਾਮ ਦੀ ਗੱਲ ਹੋਵੇ, ਉਹਨੂੰ ਕਹਿੰਦੇ ਨੇ ਸਤ ਸੰਗਤ। ਜਿਹੜੇ ਹੋਰ ਦੁਨਿਆਵੀ ਇਕੱਠ ਨੇ, ਉਹ ਤਾਂ ਜੀਵ ਦੇ ਆਚਰਣ ਨੂੰ ਢਿੱਲਾ ਕਰਦੇ ਨੇ, ਕਰੈਕਟਰ ਨੂੰ ਵਿਗਾੜਦੇ ਨੇ। ਪਰ ਇੱਥੇ ਆ ਕੇ, ਸਤ ਸੰਗਤ ਵਿੱਚ ਆ ਕੇ, ਸਤ ਔਰ ਅਸਤ ਦਾ ਨਿਰਣਾ ਹੁੰਦਾ ਹੈ ਕਿ ਕਿਹੜੀ ਗੱਲ ਗ੍ਰਹਿਣ ਕਰਨੀ ਹੈ ਤੇ ਕਿਹੜੀ ਗੱਲ ਛੱਡਣੀ ਹੈ, ਕਿਹੜੀ ਗੱਲ ਦਾ ਤਿਆਗ ਕਰਨਾ ਹੈ। ਜਿਵੇਂ ਭਾਈ ਨੰਦ ਲਾਲ ਜੀ, ਜੋ 10ਵੇਂ ਪਾਤਸ਼ਾਹ ਜੀਆਂ ਦੇ ਅਨੰਨ ਸੇਵਕ ਹੋਏ ਨੇ, ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਹੈ, ਉਹਨਾਂ ਨੇ ਬੜਾ ਸੋਹਣਾ ਬਚਨ ਆਪਣੀ ਗਜ਼ਲਾਂ 'ਚ ਆਖਿਆ ਹੈ। ਕਹਿੰਦੇ ਨੇ, ਦਰਮਿਆਨੇ ਬਜ਼ਮੇ ਮਾਂ ਜ਼ੁਜ਼ ਕਿੱਸਾ ਏ ਜਾਂ ਨਾਨਾ ਨੇਸਤ, ਬੇਹਜਾਬ ਆ ਅੰਦਰੀ ਮਜਲਸ, ਬੇਗਾਨਾ ਕਸੇ ਬੇਗਾਨਾ ਨੇਸਤ। ਉਹ ਕਹਿੰਦੇ ਸੰਗਤ ਕੈਸੀ ਹੋਵੇ, ਦਰਮਿਆਨੇ ਬਜ਼ਮੇ ਮਾਂ, ਬਜ਼ਮੇ ਕਹਿੰਦੇ ਨੇ ਮਜਲਸ ਨੂੰ, ਸਭਾ ਨੂੰ ਜਾਂ ਸੰਗਤ ਨੂੰ। ਦਰਮਿਆਨੇ ਅੰਦਰ, ਜੋ ਗੁਰਮੁਖਾਂ ਦੀ ਸਭਾ ਹੈ, ਗੁਰਮੁਖਾਂ ਦੀ ਸੰਗਤ ਹੈ, ਉਹਨਾਂ ਦੇ ਅੰਦਰ ਕੀ ਗੱਲ ਹੋਵੇ। ਜ਼ੁਜ਼ ਕੀਸਾ ਏ ਜਾਂ ਨਾਨਾ ਨੇਸਤ, ਜੋ ਪ੍ਰੀਤਮ ਹੈ, ਜੋ ਮਹਿਰਮ ਹੈ, ਵਾਹਿਗੁਰੂ ਹੈ, ਕੇਵਲ ਉਸ ਦੀ ਗੱਲ ਹੋਵੇ। ਅੱਗੇ ਕਹਿੰਦੇ ਨੇ, ਬੇਹਿਸਾਬ ਆ ਅੰਦਰੀ ਮਜਲਸ, ਕਸੇ ਬੇਗਾਨਾ ਨੇਸਤ। ਜਿਵੇਂ ਪੁਰਾਣੇ ਸਮੇਂ ਵਿੱਚ ਹੁੰਦਾ ਸੀ ਨਾ, ਬੀਬੀਆਂ ਨੇ ਘੁੰਡ ਕੱਢ ਲੈਣੇ, ਕੋਈ ਓਪਰਾ ਬੰਦਾ ਦੇਖ ਕੇ ਬੀਬੀ ਨੇ ਘੁੰਡ ਕੱਢ ਲੈਣਾ ਤੇ ਕੇਵਲ ਆਪਣੇ ਪਤੀ ਦੇ ਸਾਹਮਣੇ ਹੀ ਉਹਨੇ ਘੁੰਡ ਚੁੱਕਣਾ। ਤੇ ਭਾਈ ਨੰਦ ਲਾਲ ਜੀ ਆਖਦੇ ਨੇ, ਜੋ ਇਹ ਸੰਗਤ ਹੈ, ਸਤ ਸੰਗਤ ਹੈ, ਇਸ ਵਿੱਚ ਕੇਵਲ ਇੱਕ ਵਾਹਿਗੁਰੂ ਦੀ ਗੱਲ ਹੋਵੇ, ਉਸ ਪ੍ਰੀਤਮ ਦੀ ਗੱਲ ਹੋਵੇ। ਇਸ ਤੋਂ ਇਲਾਵਾ ਜੇ ਕੋਈ ਗੱਲ ਹੁੰਦੀ ਹੈ, ਕੋਈ ਦੁਨਿਆਵੀ ਗੱਲ ਹੁੰਦੀ ਹੈ, ਤਾਂ ਉਹਨੂੰ ਆਪਾਂ ਸੰਗਤ ਨਹੀਂ ਕਹਿ ਸਕਦੇ। ਜਿਹੜੀ ਗੱਲ ਪਰਮੇਸ਼ਰ ਨਾਲ ਸੁਰਤੀ ਤੋੜ ਦੇਵੇ, ਉਹ ਮਾਇਆ ਹੈ, ਮਾਇਆ ਅਸਰ ਪਾ ਲੈਂਦੀ ਹੈ। ਭਾਈ ਸਾਹਿਬ ਕਹਿੰਦੇ ਨੇ, ਬੇਹਜਾਬ ਆ ਅੰਦਰੀ ਮਜਲਸ, ਕਸੇ ਬੇਗਾਨਾ ਨੇਸਤ। ਤੂੰ ਇਸ ਸੰਗਤ ਵਿੱਚ ਆਪਣਾ ਹਉਮੈ ਦਾ, ਹੰਕਾਰ ਦਾ ਘੁੰਡ ਚੁੱਕ ਕੇ ਆ। ਕਿਉਂਕਿ ਇਹ ਸੰਗਤ ਵਿੱਚ ਕੋਈ ਪਰਾਇਆ ਨਹੀਂ ਬੈਠਾ, ਕੋਈ ਬਗਾਨਾ ਨਹੀਂ ਬੈਠਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਸ ਸੰਗਤ ਵਿੱਚ ਆਪ ਪਰਮੇਸ਼ਰ ਦਾ ਵਾਸਾ ਹੈ, ਪਰਮਾਤਮਾ ਆਪ ਸੰਗਤ ਵਿੱਚ ਵਸਦਾ ਹੈ।
ਸੰਗਤ ਵਿੱਚ ਆ ਕੇ ਆਪਣੇ ਹਉਮੈ ਦਾ ਤਿਆਗ ਕਰੀਏ। ਜਿਹੜੀ ਮਨਾਂ ਵਿੱਚ ਦੂਈ ਤੇ ਦੁਵੈਤ ਭਰੀ ਪਈ ਹੈ, ਉਸ ਨੂੰ ਬਿਰਹਾ ਤੇ ਬਿਰਾਗ ਦੇ ਅਥਰੂਆਂ ਨਾਲ ਧੋਣ ਦੀ ਜਾਂਚ ਸੰਗਤ ਵਿੱਚ ਆਉਂਦੀ ਹੈ। ਸੰਗਤ ਵਿੱਚੋਂ ਪਤਾ ਲੱਗਦਾ ਹੈ। ਸੁਖ ਸਰੂਪ ਦੀ ਪ੍ਰਾਪਤੀ ਸੰਗਤ ਵਿੱਚੋਂ ਹੁੰਦੀ ਹੈ। ਜਦੋਂ ਮਨ ਵਿੱਚੋਂ ਅਹੰ ਭਾਵ ਨਿਕਲ ਗਿਆ, ਹੰਕਾਰ ਦੀ ਨਿਵਰਤੀ ਹੋ ਗਈ, ਦੂਈ ਤੇ ਦੁਵੈਤ ਮਨ ਵਿੱਚੋਂ ਨਿਕਲ ਗਈ, ਤਾਂ ਫਿਰ ਜੋ ਜੀਵ ਹੈ ਉਹ ਆਪਣੇ ਸਰੂਪ ਦੀ ਪਛਾਣ ਕਰ ਲੈਂਦਾ ਹੈ। ਮਨ ਤੂੰ ਜੋਤ ਸਰੂਪ ਹੈ ਕਿ ਮੈਂ ਉਸ ਰਾਮ ਦੀ ਅੰਸ਼ ਹਾਂ, ਮੈਂ ਖਾਕੀ ਨਹੀਂ, ਮੈਂ ਨੂਰੀ ਹਾਂ। ਉਹ ਫਿਰ ਪਰਮਾਤਮਾ ਵਿੱਚ ਉਹ ਜੀਵ ਇਸ ਦੀ ਏਕਤਾ ਹੁੰਦੀ ਹੈ, ਸਮਾਨਤਾ ਆ ਜਾਂਦੀ ਹੈ। ਫਿਰ ਹਰ ਹਰ ਜਾਂਦੂਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੈ ਸਮਾਹੇ। ਫਿਰ ਪਰਮੇਸ਼ਰ ਤੇ ਪਰਮੇਸ਼ਰ ਦੇ ਪਿਆਰੇ ਦਾ ਭੇਦ ਨਹੀਂ ਰਹਿੰਦਾ। ਜਿਨ੍ਹਾਂ ਮਹਾਂਪੁਰਖਾਂ ਨੇ ਕਮਾਈਆਂ ਕੀਤੀਆਂ ਨੇ, ਇੰਨੀਆਂ ਵੱਡੀਆਂ ਅਵਸਥਾਵਾਂ ਤੇ ਜਿਹੜੇ ਕਰਨੀ ਵਾਲੇ ਪਹੁੰਚੇ ਨੇ, ਸੱਚੇ ਪਖੰਡੀ ਨਹੀਂ, ਜਿਹੜੇ ਸੱਚੇ ਕਰਨੀ ਵਾਲੇ ਮਹਾਂਪੁਰਖ ਅਵਸਥਾਵਾਂ ਪ੍ਰਾਪਤ ਕੀਤੀਆਂ ਨੇ, ਉਹਨਾਂ ਨੇ ਵੀ ਸੰਗਤ ਵਿੱਚੋਂ ਹੀ ਪ੍ਰਾਪਤ ਕੀਤੀਆਂ ਨੇ, ਜਿੱਥੇ ਆ ਕੇ ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ ਤੇ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸੋ ਆਪਾਂ ਧੰਨਤਾ ਦੇ ਯੋਗ ਹਾਂ ਕਿ ਆਪਾਂ ਨੂੰ ਇਹ ਸੰਗਤ ਪ੍ਰਾਪਤ ਹੋ ਰਹੀ ਹੈ। ਸੋ ਆਓ ਜੋ ਹੁਕਮਨਾਮਾ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕਰਨਾ ਕੀਤਾ ਹੈ, ਸਤਿਗੁਰਾਂ ਦੀ ਕਿਰਪਾ ਕਰਨ ਮਨ ਬਿਰਤੀ ਇਕਾਗਰ ਕਰਕੇ, ਚਿੱਤ ਬਿਰਤੀ ਨੂੰ ਜੋੜ ਕੇ ਸ਼ਰਧਾ ਨਾਲ ਸਰਵਣ ਕਰਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਣ ਵਿਚਾਰੇ ਗਿਆਨੀ ਸੋਏ। ਗੁਣ ਵਿਚਾਰੇ ਗਿਆਨੀ ਸੋਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਦਾਸੀ ਵੇਲੇ ਦੱਖਣ ਵੱਲ ਦੌਰਾ ਕਰਨ ਗਏ, ਸੰਗਤਾਂ ਨੂੰ ਤਾਰਦੇ ਹੋਏ, ਤਾਂ ਉੱਥੇ ਨਰਮਦਾ ਨਦੀ ਦੇ ਕਿਨਾਰੇ ਇੱਕ ਮੰਦਰ ਹੈ ਜਿਸ ਦਾ ਨਾਮ ਹੈ ਓਅੰਕਾਰ। ਉਹ ਦੱਖਣ ਵਿੱਚ ਪੈਂਦਾ ਹੈ। ਉੱਥੇ ਜਾ ਕੇ ਜਦੋਂ ਮੰਦਰ ਵਿੱਚ ਦੇਖਿਆ ਤਾਂ ਇੱਕ ਪਾਧਾ ਬੱਚਿਆਂ ਨੂੰ 35 ਪੜ੍ਹਾ ਰਿਹਾ ਹੈ। 35 ਪੜ੍ਹਾ ਰਿਹਾ ਤੇ ਮਹਾਰਾਜ ਨੇ ਜਾ ਕੇ ਪੁੱਛਿਆ, ਕਦੇ ਪਾਧਾ ਜੀ ਜੋ ਤੁਸੀਂ ਅੱਖਰ ਪੜ੍ਹਾ ਰਹੇ ਹੋ ਇਹਨਾਂ ਦੇ ਅਰਥ ਤੁਹਾਨੂੰ ਪਤਾ ਹੈ? ਕਦੇ ਮਹਾਰਾਜ ਨਹੀਂ, ਅਰਥ ਦਾ ਪਤਾ ਨਹੀਂ, ਪਰ ਅੱਖਰ ਪੜ੍ਹਾ ਕੇ ਵਿਵਹਾਰਕ ਕੰਮਾਂ ਵਿੱਚ ਬੱਚਿਆਂ ਨੂੰ ਲਾ ਦਿੰਦੇ ਹਾਂ, ਅਰਥ ਨਹੀਂ ਸਾਨੂੰ ਪਤਾ ਅੱਖਰਾਂ ਦੇ ਕਿ ਅਰਥ ਕੀ ਨੇ। ਤਾਂ ਉੱਥੇ ਮਹਾਰਾਜ ਨੇ ਉਸ ਪਾਧੇ ਨੂੰ ਉਪਦੇਸ਼ ਦਿੱਤਾ। ਜਿਹੜਾ ਗੋਪਾਲ ਪਾਧਾ ਹੋਇਆ ਉਹ ਹੋਰ ਹੋਇਆ, ਨਨਕਾਣਾ ਸਾਹਿਬ ਹੋਇਆ ਹੈ, ਪਰ ਇਹ ਪਾਧਾ ਹੋਰ ਹੈ। ਉੱਥੇ ਫਿਰ 35 ਰਾਹੀਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪਾਧੇ ਨੂੰ ਉਪਦੇਸ਼ ਦਿੱਤਾ ਹੈ। ਜਿਵੇਂ ਉਹ ਪਾਧੇ ਜਦੋਂ 35 ਪੜ੍ਹਾਣੀ ਤੇ ਉਹਨਾਂ ਨੇ ਸਭ ਤੇ ਉੱਤੇ ਲਿਖਣਾ ਪੱਟੀ ਤੇ ਓਨਮ ਨਵਹਿ ਸਿਦੰ, ਇਹ ਉਹ ਲਿਖਦੇ ਹੁੰਦੇ ਸੀ। ਤਾਂ ਮਹਾਰਾਜ ਨੇ ਉੱਥੇ ਇਹ ਦੱਖਣੀ ਰਾਗਣੀ ਵਿੱਚ ਇਹ ਓੰਕਾਰ ਜੋ ਗੁਰਬਾਣੀ ਉਚਾਰਨ ਕੀਤੀ ਹੈ, ਜੋ ਪਾਧੇ ਨੂੰ ਉਪਦੇਸ਼ ਦੇਣਾ ਕੀਤਾ ਹੈ। ਗੁਣ ਵਿਚਾਰੇ ਗਿਆਨੀ ਸੋਏ। ਮਹਾਰਾਜ ਕਹਿੰਦੇ ਜਿਹੜੇ ਆਪਣੇ ਗੁਣਾਂ ਦੀ ਵਿਚਾਰ ਕਰਦਾ ਹੈ। ਹੁਣ ਗੁਣ ਕਿਹੜੇ ਨੇ? ਜੀਵ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਵਿਚਾਰ, ਇਹ ਗੁਣ ਨੇ। ਗੁਣ ਵਿਚਾਰੇ ਗਿਆਨੀ ਸੋਏ। ਜਿਨ੍ਹਾਂ ਨੇ ਆਪਣੇ ਗੁਣਾਂ ਦੀ ਵਿਚਾਰ ਕੀਤੀ ਹੈ ਉਹੀ ਗਿਆਨੀ ਹੈ, ਉਹੀ ਗਿਆਨਵਾਨ ਹੈ। ਜਿਨ੍ਹਾਂ ਨੇ ਵਿਚਾਰ ਕਰਕੇ, ਹੁਣ ਵਿਚਾਰ ਕਰਨੀ ਕਿਹਦੀ ਹੈ? ਆਤਮਾ ਤੇ ਅਨਾਤਮਾ ਦੀ ਵਿਚਾਰ ਕਰਨੀ ਹੈ ਕਿ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਆਪਣੇ ਅੰਤਸ਼ਕਰਨ ਨੂੰ ਸ਼ੁੱਧ ਕਰਕੇ, ਨਿਰਮਲ ਕਰਕੇ
ਮਨ ਬੁੱਧ ਚਿੱਤ ਹੰਕਾਰ ਇਹਨਾਂ ਦੀ ਚਿਤਵਨੀਆਂ ਨੂੰ ਵਿਸ਼ਿਆਂ ਨੂੰ ਰੋਕ ਕੇ ਸ਼ਬਦ ਸਪਰਸ਼ ਰਸ ਰੂਪ ਗੰਧ ਇਹਨਾਂ ਨੂੰ ਤਿਆਗ ਕੇ ਪੰਜੇ ਦੋਸ਼ਾਂ ਨੂੰ ਤਿਆਗ ਕੇ ਤੇ ਗੁਣਾਂ ਦੀ ਵਿਚਾਰ ਕਰਨੀ। ਸਤ ਸੰਤੋਖ ਦਇਆ ਧਰਮ ਵਿਚਾਰ। ਜੋ ਇਹਨਾਂ ਗੁਣਾਂ ਦੀ ਵਿਚਾਰ ਕਰਦਾ ਹੈ, ਜੋ ਬ੍ਰਹਮ ਦੀ ਵਿਚਾਰ ਕਰਦਾ ਹੈ, ਉਹ ਹੈ ਗਿਆਨੀ। ਮਹਾਰਾਜ ਦੇ ਗੁਣ ਵਿਚਾਰੇ ਗਿਆਨੀ ਸੋਏ, ਉਹੀ ਗਿਆਨਵਾਨ ਹੈ ਜਿਨੇ ਸਰੂਪ ਦੀ ਗਿਆਤਾ ਜਿਹਨੂੰ ਹੋ ਗਈ, ਜਿਹਨੂੰ ਸਰੂਪ ਦਾ ਗਿਆਨ ਹੋ ਗਿਆ। ਗੁਣ ਮਹਿ ਗਿਆਨ ਪ੍ਰਾਪਤ ਹੋਏ। ਜਦੋਂ ਅੰਦਰ ਗੁਣ ਆ ਗਏ, ਸਤ ਸੰਤੋਖ ਦਇਆ ਧਰਮ ਵਿਚਾਰ ਤੇ ਗਿਆਨ ਆ ਗਿਆ, ਤੇ ਫਿਰ ਪ੍ਰਾਪਤ ਹੋਏ। ਗਿਆਨ ਪ੍ਰਾਪਤ ਹੋਇਆ ਤੇ ਫਿਰ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ। ਬ੍ਰਹਮਾਨੰਦ ਦੀ ਫਿਰ ਪ੍ਰਾਪਤੀ ਹੋਈ ਹੈ ਜਦੋਂ ਗੁਣਾਂ ਦੀ ਵਿਚਾਰ ਕੀਤੀ ਤੇ ਗੁਣਾਂ ਨੂੰ ਅੰਦਰ ਧਾਰਨ ਕਰਨਾ ਕੀਤਾ, ਫਿਰ ਗਿਆਨ ਦੀ ਪ੍ਰਾਪਤੀ ਹੋਈ, ਸੁਖ ਸਰੂਪ ਨੂੰ ਪ੍ਰਾਪਤ ਕਰਨਾ ਕੀਤਾ ਹੈ। ਗੁਣ ਦਾਤਾ ਬਿਰਲਾ ਸੰਸਾਰ। ਹੁਣ ਗੁਣਾਂ ਦੀ ਗੱਲ ਤਾਂ ਹੁੰਦੀ ਹੈ, ਕੀਤੀ ਜਾਂਦੀ ਹੈ, ਪਰ ਗੁਣ ਦਾਤਾ ਵਿਰਲਾ ਸੰਸਾਰ। ਜਿਹੜਾ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਦਾ ਹੈ, ਉਹ ਜਗ ਮਹਿ ਉਤਮ ਕਾਢੀਐ ਹੈ ਵਿਰਲੇ ਕੇਈ ਕੇ। ਉਹ ਤਾਂ ਵਿਰਲੇ ਹੀ ਨੇ। ਮਾੜੇ ਕੰਮਾਂ ਨੂੰ ਗ੍ਰਹਿਣ ਕਰਨ ਵਾਲੇ ਬਹੁਤ ਨੇ। ਅੱਜ ਕੱਲ ਸਮਾਂ ਚੱਲ ਰਿਹਾ ਹੈ, ਆ ਨੈਟ ਨੇ, ਇਹ ਫਾਇਦੇਮੰਦ ਵੀ ਹੈ ਤੇ ਨੁਕਸਾਨਦਾਇਕ ਵੀ ਹੈ। ਅੱਜ ਕੱਲ ਬੱਚੇ ਦੇਖ ਕੇ, ਉਹ ਨਚਾਰਾਂ ਨੂੰ ਦੇਖ ਦੇਖ ਕੇ, ਗੰਦੇ ਗੀਤ ਸੁਣ ਸੁਣ ਕੇ ਉਹਨਾਂ ਵਰਗੇ ਬਣਦੇ ਜਾਂਦੇ ਨੇ, ਉਹਨਾਂ ਦੀ ਨਕਲ ਕਰਦੇ ਨੇ। ਜੋ ਉਹ ਕਰਦੇ ਨੇ ਉਹਨਾਂ ਨੂੰ ਧਾਰਨ ਕਰਦੇ ਨੇ ਤੇ ਘਰ ਦੇ ਵੀ ਨਹੀਂ ਹਟਾਉਂਦੇ। ਪਰ ਗੁਣ ਦਾਤਾ ਵਿਰਲਾ ਸੰਸਾਰ, ਜਿਨ੍ਹਾਂ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਮਨ ਵਿੱਚ ਧਾਰਨ ਕੀਤਾ ਹੈ ਕਿ ਨਹੀਂ ਮਾੜੇ ਪਾਸੇ ਨਹੀਂ ਜਾਣਾ, ਸ਼ਰਾਬ ਨਹੀਂ ਪੀਣੀ, ਨਸ਼ੇ ਨਹੀਂ ਕਰਨੇ, ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ, ਬਾਣੀ ਪੜ੍ਹਨੀ ਹੈ, ਬਾਣੀ ਸਰਵਣ ਕਰਨੀ ਹੈ। ਇਹ ਸਤ ਸੰਤੋਖ ਦਇਆ ਧਰਮ ਵਿਚਾਰ ਜਿਨ੍ਹਾਂ ਨੇ ਗ੍ਰਹਿਣ ਕੀਤੀ ਹੈ, ਗੁਣਦਾਤਾ ਵਿਰਲਾ ਸੰਸਾਰ, ਉਹ ਤਾਂ ਸੰਸਾਰ ਵਿੱਚ ਵਿਰਲੇ ਨੇ। ਸਾਚੀ ਕਰਨੀ ਗੁਰ ਵਿਚਾਰ। ਸਾਚੀ ਕਰਨੀ, ਮਹਾਰਾਜ ਨੇ ਸੱਚੀ ਕਿਹਾ, ਝੂਠੀ ਨਹੀਂ ਕਿਹਾ। ਜਿਹੜੀ ਸੱਚੀ ਭਗਤੀ ਕਰਨੀ ਹੈ, ਸਾਚੀ ਕਰਨੀ ਗੁਰ ਵਿਚਾਰ, ਉਹ ਗੁਰਾਂ ਦੇ ਦੁਆਰਾ ਭਗਤੀ ਕੀਤੀ ਜਾਂਦੀ ਹੈ। ਕਿਉਂਕਿ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਦੋਂ ਆਪਾਂ ਗੁਰਾਂ ਕੋਲ ਆਵਾਂਗੇ, ਸੰਗਤ ਵਿੱਚ ਆਵਾਂਗੇ, ਉੱਥੇ ਆ ਕੇ ਆਪਾਂ ਨੂੰ ਪਤਾ ਲੱਗਦਾ ਹੈ। ਫਿਰ ਸਤਿਗੁਰੂ ਜੀ ਕਿਰਪਾ ਕਰਕੇ ਅਗਿਆਨ ਨੂੰ, ਅਗਿਆਨ ਦੇ ਅੰਧੇਰੇ ਨੂੰ ਨਿਵਰਤ ਕਰਕੇ ਗਿਆਨ ਦਾ ਪ੍ਰਕਾਸ਼ ਕਰਦੇ ਨੇ। ਸਾਚੀ ਕਰਨੀ ਗੁਰ ਵਿਚਾਰ, ਗੁਰੂ ਦੀ ਕਿਰਪਾ ਨਾਲ, ਵਿਚਾਰ ਨਾਲ ਫਿਰ ਭਗਤੀ ਸੱਚੀ ਕੀਤੀ ਜਾਂਦੀ ਹੈ। ਆਗਮ ਅਗੋਚਰ ਕੀਮਤ ਨਹੀਂ ਪਾਏ। ਜੋ ਪਰਮੇਸ਼ਰ ਹੈ, ਪਰਮਾਤਮਾ ਹੈ, ਉਸ ਦੀ ਕੋਈ ਕੀਮਤ ਨਹੀਂ ਪਾ ਸਕਦਾ, ਉਸ ਦੇ ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦਾ। ਆਗਮ ਅਗੋਚਰ, ਆਗਮ ਜੋ ਮਨ ਦੀ ਗਮਤਾ ਤੋਂ ਰਹਿਤ ਹੈ, ਮਨ ਦੀ ਗਮਤਾ ਤੋਂ ਪਰੇ ਹੈ। ਅਗੋਚਰ ਜੋ ਇੰਦਰੀਆਂ ਦਾ ਵਿਸ਼ੇ ਨਹੀਂ ਹੈ, ਇੰਦਰੀਆਂ ਕਰਕੇ ਜਾਣ ਨਹੀਂ ਸਕਦਾ ਕੋਈ ਪਰਮਾਤਮਾ ਨੂੰ, ਕੀਮਤ ਨਹੀਂ ਪਾਏ। ਨਾ ਕੋਈ ਪਰਮਾਤਮਾ ਦੀ ਕੀਮਤ ਪਾ ਸਕਦਾ ਹੈ, ਨਾ ਕੋਈ ਪਰਮਾਤਮਾ ਦੇ ਨਾਮ ਦੀ ਕੀਮਤ ਪਾ ਸਕਦਾ ਹੈ। ਦੁਨੀਆ ਵਿੱਚ ਮਹਿੰਗੀ ਤੋਂ ਮਹਿੰਗੀ ਚੀਜ਼ਾਂ ਨੇ, ਮਹਿੰਗੀ ਤੋਂ ਮਹਿੰਗੀ ਵਸਤੂਆਂ ਪਈਆਂ ਨੇ, ਉਹਨਾਂ ਦੀ ਕੀਮਤ ਪਾਉਣ ਵਾਲਾ ਕੋਈ ਬੈਠਾ ਹੈ, ਪਰ ਨਾਮ ਦੀ ਕੀਮਤ, ਪਰਮੇਸ਼ਰ ਦੀ ਕੀਮਤ ਕੋਈ ਪਾ ਨਹੀਂ ਸਕਦਾ। ਤਾ ਮਿਲੀਐ ਜਾ ਲਏ ਮਿਲਾਏ। ਜਿਸਨੋ ਤੂੰ ਜਾਣਾਏ ਹੈ, ਸੋਈ ਜਨ ਜਾਣੈ, ਹਰ ਗੁਣ ਸਦਹੀ ਆਗ ਵਖਾਣੈ। ਤਾ ਮਿਲਿਐ ਜਾ ਲਏ ਮਿਲਾਏ, ਤਾਂ
ਤਦ ਹੀ ਮਿਲਿਆ ਜਾਂਦਾ ਹੈ ਜਾਂ ਲਏ ਮਿਲਾਏ। ਜੇ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਵੇ। ਗੁਣਵੰਤੀ ਗੁਣ ਸਾਰੇ ਨੀਤ। ਗੁਣਵੰਤੀ, ਹੁਣ ਆਪਾਂ ਗੁਣਵੰਤੀ ਪੜ੍ਹਦੇ ਹਾਂ ਨਾ, ਕੁਚੱਜੀ ਸੁਚੱਜੀ ਗੁਣਵੰਤੀ, ਇਹ ਗੁਰਬਾਣੀ 'ਚ ਸ਼ਬਦ ਵੀ ਆਉਂਦੇ ਨੇ। ਗੁਣਵੰਤੀ ਕੌਣ ਹੈ? ਜੋ ਸ਼੍ਰੇਸ਼ਟ ਗੁਣਾ ਵਾਲੀ ਜੋ ਇਸਤਰੀ ਹੈ ਗੁਣਵੰਤੀ। ਗੁਣ ਸਾਰੇ ਨੀਤ, ਉਹ ਨਿਤਾ ਪ੍ਰਤ ਜੋ ਸ਼੍ਰੇਸ਼ਟ ਗੁਣਾ ਵਾਲੀ ਇਸਤਰੀ ਹੈ, ਜੋ ਪਤੀ ਵਰਤਾ ਧਰਮ ਵਿੱਚ ਪੱਕੀ ਹੈ, ਉਹ ਫਿਰ ਆਪਣੇ ਪਤੀ ਨੂੰ ਪਰਮੇਸ਼ਰ ਸਮਝਦੀ ਹੈ ਤੇ ਆਪਣੀ ਸਹੇਲੀਆਂ ਕੋਲ, ਆਪਣੀ ਸਖੀਆਂ ਕੋਲ ਉਸਦੇ ਗੁਣ ਗਾਉਂਦੀ ਹੈ ਕਿ ਮੇਰੇ ਪਤੀ ਵਿੱਚ ਇਹ ਗੁਣ ਨੇ, ਮੇਰੇ ਪਤੀ ਵਿੱਚ ਇਹ ਗੁਣ ਨੇ। ਉਹ ਫਿਰ ਗੁਣ ਗਾਉਂਦੀ ਹੈ, ਲੋਕਾਂ ਨੂੰ ਦੱਸਦੀ ਹੈ ਕਿ ਮੇਰਾ ਪਤੀ ਬੜਾ ਚੰਗਾ ਹੈ, ਬੜਾ ਸ਼੍ਰੇਸ਼ਟ ਹੈ। ਇਸੇ ਤਰ੍ਹਾਂ ਗੁਣਵੰਤੀ ਗੁਣ ਸਾਰੇ ਨੀਤ। ਹੁਣ ਜੋ ਮਹਾਪੁਰਖ ਨੇ, ਮਹਾਤਮਾ ਰੂਪੀ ਜੋ ਸਖੀਆਂ ਨੇ, ਉਹ ਕੀ ਕਰਦੇ ਨੇ? ਉਹ ਮਹਾਤਮਾ ਫਿਰ ਜਗਿਆਸੂਆਂ ਨੂੰ ਪਰਮੇਸ਼ਰ ਦੇ ਗੁਣ ਗਾ ਕੇ ਦੱਸਦੇ ਨੇ, ਨਿਤਾ ਪ੍ਰਤੀ ਗੁਣ ਗਾ ਕੇ ਦੱਸਦੇ ਨੇ ਪਰਮੇਸ਼ਰ ਦੇ, ਕਿ ਪਰਮੇਸ਼ਰ ਜੇਵਡ ਆਪ ਤੇਵਡ ਤੇਰੀ ਦਾਤ, ਵੱਡਾ ਸਾਹਿਬ ਊਚਾ ਥਾਓ, ਊਚੇ ਉਪਰ ਊਚਾ ਨਾਓ, ਕਿ ਪਰਮੇਸ਼ਰ ਇਹਨਾਂ ਗੁਣਾਂ ਦੇ ਸਹਿਤ ਹੈ। ਐਸਾ ਪਰਮੇਸ਼ਰ ਹੈ ਜਿਹੜਾ ਫਲ ਵਰਦਾਤਾ ਹੈ, ਜਿਹੜਾ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਜੋ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ, ਜਿਹੜਾ ਪੱਥਰਾਂ ਵਿੱਚ ਵੀ ਕੀੜਿਆਂ ਨੂੰ ਪਾਲਣ ਵਾਲਾ ਹੈ। ਹੁਣ ਆਪਾਂ ਦੇਖਦੇ ਹਨ ਕਈ ਐਸੇ ਨੇ ਜਿਹੜੇ ਅੰਗਾਂ ਤੋਂ ਹੀਣੇ ਹੁੰਦੇ ਨੇ, ਕਿਸੇ ਦੇ ਵਿਚਾਰੇ ਦੇ ਲੱਤ ਨਹੀਂ ਹੁੰਦੀ, ਕਿਸੇ ਦੇ ਬਾਹ ਨਹੀਂ ਹੁੰਦੀ, ਕਿਸੇ ਦੇ ਨੇਤਰ ਦੇਖਣ ਦ੍ਰਿਸ਼ਟੀ ਤੋਂ ਅਸਮਰੱਥ ਹੈ। ਪਰ ਤੁਸੀਂ ਧਿਆਨ ਨਾਲ ਦੇਖਿਓ, ਗੌਰ ਨਾਲ ਇੱਕ ਚੀਜ਼ ਤੁਸੀਂ ਅੰਦਾਜ਼ਾ ਲਾਇਓ, ਪਰਮੇਸ਼ਰ ਨੇ ਉਹਨਾਂ ਵਿੱਚ ਗੁਣ ਬੜੇ ਭਰੇ ਹੁੰਦੇ ਨੇ। ਬੜੇ ਸਤਿਕਾਰਯੋਗ ਐਸੇ ਵੀ ਰਾਗੀ ਨੇ ਜਿਹੜੇ ਅੱਖਾਂ ਤੋਂ ਸੂਰਮੇ ਨੇ, ਪਰ ਉਹਨਾਂ ਦਾ ਕੀਰਤਨ ਸੁਣ ਕੇ ਮਨ ਨੂੰ ਆਨੰਦ ਆਉਂਦਾ ਹੈ, ਰਸ ਪੈਦਾ ਹੁੰਦਾ ਹੈ। ਐਸਾ ਜੋ ਪਰਮੇਸ਼ਰ ਹੈ, ਜੋ ਗੂੰਗਿਆਂ ਤੋਂ ਵੀ ਗਿਆਨ ਕਰਵਾ ਦਿੰਦਾ ਹੈ। ਗੁਣਵੰਤੀ ਗੁਣ ਸਾਰੇ ਨੀਤ, ਮਹਾਤਮਾ ਰੂਪ ਸਖੀ, ਫਿਰ ਜਗਿਆਸੂਆਂ ਨੂੰ, ਸਹੇਲੀਆਂ ਨੂੰ, ਜਗਿਆਸੂਆਂ ਨੂੰ ਪਰਮੇਸ਼ਰ ਦੇ ਨਿਤਾ ਪ੍ਰਤੀ ਗੁਣ ਗਾ ਕੇ ਦੱਸਦੇ ਹਨ। ਨਾਨਕ ਗੁਰਮਤਿ
ਜਾਂ ਸੁਣਨ ਤੱਕ ਨਾ ਸੀਮਤ ਰਹਿ ਜਾਈਏ। ਆਪ ਜੀ ਦੇ ਉਪਦੇਸ਼ ਦੀ ਕਮਾਈ ਕਰੀਏ, ਸੋ ਹੋਈਆਂ ਭੁੱਲਾਂ ਦੀ ਖਿਮਾ। ਕੋਈ ਮਹਾਤਮਾ ਵਿਦਵਾਨ ਨਹੀਂ, ਗੁਰੂ ਮਹਾਰਾਜ ਦੀ ਕਿਰਪਾ ਹੈ। ਸ਼੍ਰੀਮਾਨ ਸਤਿਕਾਰਯੋਗ ਸੰਤ ਗਿਆਨੀ ਕਪੂਰ ਸਿੰਘ ਜੀ, ਮੁਖੀ ਸੰਪਰਦਾਇ ਭਿੰਡਰਾ, ਜਿਨ੍ਹਾਂ ਨੇ ਦਾਸ ਤੇ ਕਿਰਪਾ ਕੀਤੀ ਹੈ, ਵਿਦਿਆ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਨੇ ਕਿਰਪਾ ਕਰਕੇ ਹਾਜ਼ਰੀ ਭਰਵਾਈ ਹੈ। ਸਾਰੇ ਪ੍ਰਬੰਧਕਾਂ ਦਾ, ਸਾਰੀ ਸੰਗਤ ਦਾ, ਜਿੰਨੇ ਵੀ ਕੋਈ ਝਾੜੂ ਦੀ ਸੇਵਾ, ਕੋਈ ਵੀ ਸੇਵਾ ਇੱਥੇ, ਚਾਹੇ ਗ੍ਰਾਂਤੀ ਸਿੰਘ ਦੀ ਸੇਵਾ ਕਰਦਾ ਹੈ, ਧੰਨਤਾ ਦੇ ਯੋਗ ਹੈ। ਸਾਰਿਆਂ ਦਾ ਧੰਨਵਾਦ। ਸਾਰਿਆਂ ਦੇ ਚਰਨਾਂ ਤੇ ਦਾਸ ਦੀ ਨਮਸਕਾਰ। ਤੇ ਪ੍ਰਮਾਤਮਾ ਕਿਰਪਾ ਕਰੇ, ਦੇਹੋ ਸੱਜਣ ਅਸੀਸਲੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪਰ ਅਰਦਾਸ, ਜਿਉ ਪਿੰਡ ਸਭ ਤੁਮ ਮਾਤ ਪਿਤਾ ਮਾਂ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ। ਊਚੇ ਤੇਉ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ। ਤੁਮਰੀ ਗਾਤ ਮਿਤ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਹਰ ਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ। ਤੇਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧ ਆਵੈ ਤਾਈ। ਸਭ ਤਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਤਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਜਾਲੀਆਂ ਮੁਕਤਿਆਂ, ਹਾਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਈ, ਦੇਖਿਆ ਨ ਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤੁ ਸੀਸ ਦਿੱਤੇ, ਬੰਦ ਬੰਦ ਕਟਾਏ। ਕੋਪਰੀਆਂ ਲੋਹਾਈਆਂ ਚਰਖਰੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇ ਸਾਂਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾ ਤਖਤਾਂ ਸਰਬਤ ਗੁਰਦੁਆਰਿਓਂ ਜੀ ਕਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਾ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕਿਸ ਦਾਨ ਰਹਿਤ ਦਾਨ। ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਦਾਨਾ ਸਰਦਾ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ, ਜੋਗੋ ਜੋਗ ਅਟਲ।
ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼। ਏ ਨਿਮਾਣਿਆਂ ਦੇ ਮਾਣ, ਨ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਣ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜੂਰ ਅੰਮ੍ਰਿਤ ਵੇਲੇ ਤੋਂ ਸੱਚਖੰਡ ਦੀਵਾਨ ਸਜਾਏ ਗਏ। ਸਜੇ ਦੀਵਾਨਾ ਅੰਦਰ ਆਸਾ ਦੀਵਾਰ ਦੇ ਕੀਰਤਨ ਆਨੰਦ ਸਾਹਿਬ ਜੀ ਕੀ ਛੇ ਪੌੜੀਆਂ ਜੀ ਕੇ ਗਾਇਨ ਗੁਰ ਸ਼ਬਦ ਦੀ ਵਿਚਾਰਾਂ ਹੋਈਆਂ ਹਨ। ਸਮੁੱਚੀ ਸੇਵਾ ਨਿਭਾਉਂਦਿਆਂ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅਗਾਹਾਂ ਤੋਂ ਸਮਤ ਬਖਸ਼ਿਸ਼ ਕਰਨੀ। ਗੁਰਬਾਣੀ ਦਾ ਭਾਵ ਦਰਿਆਈ ਸਾਧ ਸੰਗਤ ਦੇ ਹਿਰਦੇ ਵਿੱਚ ਵਸਾਉਣਾ। ਦਰਿਆਈ ਸਾਧ ਸੰਗਤ ਦੀ ਹਾਜ਼ਰੀ ਤਿਲ ਪੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਆਪਣੇ ਦਰੋ ਘਰੋ ਗੁਰ ਸਿੱਖੀ ਜੀਵਨ ਨਾਮ ਦੀ ਦਾਤ। ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਦੀ ਦਾਤ। ਸ਼ੋਭ ਮਨੋਰਥ ਪੂਰੇ ਕਰਨੇ ਯਾਤਰਾ ਸਫਲੀ ਕਰਨੀ। ਸਤਿਗੁਰੂ ਜੀਓ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਦਿਆਂ ਹੋਇਆ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਪਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਕਾਰ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼।
ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪਰਗਾਸ ਸੋ ਕੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ। ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਵਾਹਿਗੁਰੂ ਜੀ। ਗੁਣ ਵਿਚਾਰੇ ਗਿਆਨੀ ਸੋਏ। ਗੁਣ ਮਹਿ ਗਿਆਨ ਪ੍ਰਾਪਤ ਹੋਏ। ਗੁਣ ਵਿਚਾਰੇ ਗਿਆਨੀ ਸੋਏ। ਗੁਣ ਮਹਿ ਗਿਆਨ ਪ੍ਰਾਪਤ ਹੋਏ। ਗੁਣ ਦਾਤਾ ਵਿਰਲਾ ਸੰਸਾਰ। ਸਾਚੀ ਕਰਨੀ ਗੁਰ ਵਿਚਾਰ। ਅਗਮ ਅਗੋਚਰ ਕੀਮਤ